हाँ जी प्यारे विद्यार्थियों, ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ। ਸੋ ਜੇ ਤੁਸੀਂ ਨਰਸਿੰਗ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ MPHW, ਉਪਵੈਦ, ਫਾਰਮਾਸਿਸਟ, ਵਾਰਡ ਅਟੈਂਡੈਂਟ ਜਾਂ ਫਿਰ ਲੈਬ ਅਟੈਂਡੈਂਟ ਜਾਂ ਲੈਬ ਟੈਕਨੀਸ਼ੀਅਨ ਜਾਂ ਕੋਈ ਵੀ ਹੋਰ ਪੈਰਾਮੈਡੀਕਲ ਕੋਰਸ ਕਰ ਰਹੇ ਹੋ ਜਾਂ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਸੋ ਇਸ ਦੇ ਵਿੱਚੋਂ ਬਹੁਤ ਹੀ ਇੰਪੋਰਟੈਂਟ ਕੁਐਸਚਨ ਤੁਹਾਡੇ ਕਿਸੇ ਵੀ ਐਗਜ਼ਾਮ ਵਿੱਚ ਆਉਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਤਾਂ ਇਸ ਵੀਡੀਓ ਵਿੱਚ ਆਪਾਂ ਕਰਨ ਜਾ ਰਹੇ ਹਾਂ ਪੋਰਟਲ ਆਫ ਐਂਟਰੀ ਆਫ ਮਾਈਕਰੋ ਆਰਗੇਨਿਜ਼ਮਸ, ਮਤਲਬ ਸਰੀਰ ਦੇ ਅੰਦਰ ਬਿਮਾਰੀ ਕਰਨ ਵਾਲੇ ਸੂਖਮ ਜੀਵ ਕਿਸ ਤਰੀਕੇ ਨਾਲ ਕਿਸ ਰਸਤੇ ਰਾਹੀਂ ਐਂਟਰ ਹੁੰਦੇ ਹਨ, ਦਾਖਲ ਹੁੰਦੇ ਹਨ। ਸੋ ਇਹਨੂੰ ਆਪਾਂ ਪੂਰੀ ਡਿਟੇਲ 'ਚ ਕਰਨ ਜਾ ਰਹੇ ਹਾਂ। ਸੋ ਬਿਨਾਂ ਸਕਿਪ ਕੀਤੇ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੋ, ਦੇਖੋ ਤੇ ਚੈਨਲ ਨਾਲ ਹਮੇਸ਼ਾ ਲਈ ਜੁੜ ਜਾਵੋ। ਸਭ ਤੋਂ ਪਹਿਲਾ ਜੋ ਰਸਤਾ ਹੈ ਜਿਸ ਦੇ ਰਾਹੀਂ ਸੂਖਮ ਜੀਵ ਆਪਣੇ ਸਰੀਰ ਦੇ ਵਿੱਚ ਐਂਟਰ ਕਰਦੇ ਨੇ ਉਹ ਹੈ ਕੰਟੈਕਟ। ਇਨਫੈਕਸ਼ਨ ਮੇ ਬੀ ਅਕਵਾਇਰਡ ਬਾਈ ਡਾਇਰੈਕਟ ਔਰ ਇਨਡਾਇਰੈਕਟ ਕੰਟੈਕਟ, ਮਤਲਬ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਿਸੇ ਵਿਅਕਤੀ ਦੇ ਕਿਸੇ ਬਿਮਾਰ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਆਪਾਂ ਨੂੰ ਬਿਮਾਰੀ ਜੋ ਫੈਲ ਸਕਦੀ ਹੈ ਉਸ ਨੂੰ ਕੰਟੈਕਟ ਰੂਟ ਆਫ ਟਰਾਂਸਮਿਸ਼ਨ ਆਫ ਇਨਫੈਕਸ਼ਨ ਕਿਹਾ ਜਾਂਦਾ ਹੈ। ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ਸ ਸੱਚ ਐਜ਼ ਸਿਫਿਲਿਸ, ਤਾਂ ਜਿਹੜੀਆਂ ਬਿਮਾਰੀਆਂ ਯੌਨ ਸੰਬੰਧਾਂ ਦੇ ਨਾਲ ਇੱਕ ਦੂਜੇ ਨੂੰ ਫੈਲਦੀਆਂ ਨੇ ਤਾਂ ਉਹਨਾਂ ਦੇ ਵਿੱਚ ਐਗਜ਼ਾਮਪਲ ਹੈ, ਉਦਾਹਰਨ ਹੈ ਸਿਫਿਲਿਸ ਦੀ ਅਤੇ ਗੋਨੋਰੀਆ। ਠੀਕ ਹੈ, ਇਹ ਦੋਨੇ ਟਰਾਂਸਮਿਟ ਹੁੰਦੀਆਂ ਨੇ ਬਾਈ ਡਾਇਰੈਕਟ ਕੰਟੈਕਟ, ਕਿਉਂਕਿ ਇਹਦੇ 'ਚ ਯੌਨ ਸੰਬੰਧ ਬਣਾਉਣ ਦੌਰਾਨ ਮੇਲ ਫੀਮੇਲ ਦਾ ਆਪਸ ਵਿੱਚ ਬੋਡੀ ਟੂ ਬੋਡੀ ਕੰਟੈਕਟ ਹੁੰਦਾ ਹੈ। ਸੋ ਉਸ ਦੇ ਨਾਲ ਇਹ ਬਿਮਾਰੀ ਬਹੁਤ ਜਲਦੀ ਫੈਲਦੀ ਹੈ ਜਿਸ ਨੂੰ STD ਜਾਣੀ ਕਿ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ ਕਿਹਾ ਜਾਂਦਾ ਹੈ। ਤਾਂ ਇਸ ਨੂੰ ਆਪਾਂ ਡਾਇਰੈਕਟ ਕੰਟੈਕਟ ਟਰਾਂਸਮਿਸ਼ਨ ਕਹਿ ਸਕਦੇ ਹਾਂ। ਇਸੇ ਤਰ੍ਹਾਂ ਇਨਡਾਇਰੈਕਟ ਕੰਟੈਕਟ ਦੇ ਵਿੱਚ ਆਉਂਦਾ ਹੈ ਇਟ ਮੇ ਬੀ ਥਰੂ ਦਾ ਫੋਮਾਈਟਸ ਵਿਚ ਆਰ ਦਾ ਇਨਐਨੀਮੇਟਡ ਆਬਜੈਕਟਸ ਐਕਸੈਪਟ ਫੂਡ, ਮਤਲਬ ਭੋਜਨ ਨੂੰ ਛੱਡ ਕੇ ਕੋਈ ਵੀ ਅਜਿਹੀ ਵਸਤੂ ਜਿਸ ਨੂੰ ਕਿਸੇ ਪੀੜਤ ਵਿਅਕਤੀ ਦੁਆਰਾ ਟੱਚ ਕੀਤਾ ਹੁੰਦਾ ਹੈ ਅਤੇ ਅਗਰ ਉਸ ਨੂੰ ਕੋਈ ਦੂਸਰਾ ਵਿਅਕਤੀ, ਆਮ ਵਿਅਕਤੀ, ਨੋਰਮਲ ਵਿਅਕਤੀ ਟੱਚ ਕਰਦਾ ਹੈ ਤਾਂ ਉਸ ਦੇ ਅੰਦਰ ਵੀ ਜਿਹੜੇ ਜਰਮਸ ਹੁੰਦੇ ਨੇ ਉਹ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ। ਐਗਜ਼ਾਮਪਲ ਹੈ ਜਿਵੇਂ ਕਿ ਆਪਾਂ ਕਿਸੇ ਪੀੜਤ ਵਿਅਕਤੀ ਦੇ ਕੱਪੜੇ ਨੂੰ ਟੱਚ ਕਰ ਲਿਆ, ਉਸ ਦੇ ਦੁਆਰਾ ਯੂਜ਼ ਕੀਤੇ ਹੋਏ ਕਿਸੇ ਟੋਆਏ ਨੂੰ, ਕਿਸੇ ਪੈਨਸਿਲ ਨੂੰ ਜਾਂ ਕਿਸੇ ਵੀ ਹੋਰ ਓਬਜੈਕਟ ਨੂੰ ਅਗਰ ਟੱਚ ਕਰਦੇ ਹਾਂ ਤਾਂ ਉਸ ਦੇ ਰਾਹੀਂ ਉਸ ਦੇ ਲੱਗੇ ਹੋਏ ਜਰਮਸ ਆਪਣੇ ਅੰਦਰ ਐਂਟਰ ਹੋ ਸਕਦੇ ਹਨ। ਸੋ ਉਦਾਹਰਨ ਦੇ ਤੌਰ 'ਤੇ ਇੱਥੇ ਜਿਵੇਂ ਲਿਖਿਆ ਤੁਸੀਂ ਦੇਖ ਰਹੇ ਹੋ, ਪੈਨਸਿਲ ਸ਼ੇਅਰਡ ਬਾਈ ਦਾ ਸਕੂਲ ਚਿਲਡਰਨ। ਅਗਰ ਇੱਕ ਬਿਮਾਰ ਬੱਚੇ ਦੀ ਪੈਨਸਿਲ ਨੂੰ ਕਿਸੇ ਦੂਸਰੇ ਬੱਚੇ ਨੇ, ਹੈਲਦੀ ਬੱਚੇ ਨੇ, ਸਿਹਤਮੰਦ ਬੱਚੇ ਨੇ ਯੂਜ਼ ਕਰ ਲਿਆ ਤਾਂ ਉਸ ਦੇ ਅੰਦਰ ਬਿਮਾਰੀ ਫੈਲ ਸਕਦੀ ਹੈ, ਜਿਵੇਂ ਕਿ ਡਿਪਥੀਰੀਆ ਜਿਸ ਨੂੰ ਗਲ ਘੋਟੂ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਇਹ ਇੱਕ ਇਨਡਾਇਰੈਕਟ ਮਤਲਬ ਸੰਪਰਕ ਦੇ ਰਾਹੀਂ ਇਹ ਬਿਮਾਰੀ ਬੱਚੇ ਦੇ ਅੰਦਰ ਫੈਲ ਰਹੀ ਹੈ। ਸੈਕਿੰਡ ਜੋ ਮੇਜਰ ਰੂਟ ਹੈ ਜਿਸ ਰਸਤੇ ਸੂਖਮ ਜੀਵ ਬੋਡੀ ਦੇ ਅੰਦਰ ਐਂਟਰ ਹੁੰਦੇ ਹਨ ਉਹ ਹੈ ਇਨਹੇਲੇਸ਼ਨ। ਇਨਹੇਲੇਸ਼ਨ ਤੋਂ ਭਾਵ ਹੁੰਦਾ ਸਾਹ ਦੇ ਰਸਤੇ ਕਿਸੇ ਜਰਮ ਦਾ ਅੰਦਰ ਚਲੇ ਜਾਣਾ। ਰੈਸਪੀਰੇਟਰੀ ਇਨਫੈਕਸ਼ਨ ਸੱਚ ਐਜ਼ ਇਨਫਲੂਐਂਜਾ ਜਿਸ ਨੂੰ ਆਪਾਂ ਕਾਮਨ ਕੋਲਡ ਕਹਿੰਦੇ ਹਾਂ। ਐਂਡ ਟਿਊਬਰਕਲੋਸਿਸ ਜਿਸ ਨੂੰ ਆਪਾਂ TB ਦੀ ਬਿਮਾਰੀ ਕਹਿੰਦੇ ਹਾਂ, ਪੰਜਾਬੀ 'ਚ ਉਸਨੂੰ ਤਪਦਿਕ ਕਿਹਾ ਜਾਂਦਾ ਹੈ। ਆਰ ਟਰਾਂਸਮਿਟਡ ਬਾਈ ਇਨਹੇਲੇਸ਼ਨ ਆਫ ਦਾ ਪੈਥੋਜਨ। ਇਹਦੇ 'ਚ ਕੀ ਹੁੰਦਾ ਕਿ ਪੀੜਤ ਵਿਅਕਤੀ ਕੋਈ ਸਨੀਜ਼ਿੰਗ ਕਰਦਾ ਹੈ, ਮਤਲਬ ਛਿੱਕ ਮਾਰਦਾ ਹੈ ਜਾਂ ਖੰਘਦਾ ਹੈ ਤਾਂ ਉਸਦੇ ਜਿਹੜੇ ਜਰਮਸ ਨੇ ਉਹ ਹਵਾ ਦੇ ਵਿੱਚ ਆ ਜਾਂਦੇ ਨੇ ਅਤੇ ਉਸ ਹਵਾ ਦੇ ਰਾਹੀਂ ਜਦੋਂ ਉਸ ਹਵਾ ਦੇ ਵਿੱਚ ਨੋਰਮਲ ਵਿਅਕਤੀ, ਸਿਹਤਮੰਦ ਵਿਅਕਤੀ ਵੀ ਜਦੋਂ ਸਾਹ ਲੈਂਦਾ ਹੈ ਤਾਂ ਉਸ ਦੇ ਅੰਦਰ ਇਹ ਜਰਮਸ ਐਂਟਰ ਹੋ ਜਾਂਦੇ ਨੇ। ਸੱਚ ਮਾਈਕਰੋਬਸ ਪ੍ਰੈਜੈਂਟ ਇਨ ਸਕ੍ਰੀਸ਼ਨ ਫਰੋਮ ਦਾ ਨੋਜ਼ ਔਰ ਥਰੋਟ ਫਾਲ ਟੂ ਦਾ ਗਰਾਊਂਡ ਡੂਰਿੰਗ ਸਨੀਜ਼ਿੰਗ, ਮਤਲਬ ਜਿਹੜੇ ਪੀੜਤ ਵਿਅਕਤੀ ਦੇ ਅੰਦਰ ਜਰਮਸ ਹੁੰਦੇ ਨੇ ਉਹ ਹਵਾ ਦੇ ਵਿੱਚ ਆ ਜਾਂਦੇ ਨੇ ਜਾਂ ਧਰਤੀ ਦੇ ਉੱਪਰ ਆ ਜਾਂਦੇ ਨੇ ਡੂਰਿੰਗ ਸਨੀਜ਼ਿੰਗ, ਛਿੱਕ ਮਾਰਦੇ ਹੋਏ, ਸਪੀਕਿੰਗ ਜਾਨੀ ਕਿ ਬੋਲਦੇ ਹੋਏ ਅਤੇ ਕਫਿੰਗ ਜਾਨੀ ਕਿ ਖੰਘਦੇ ਹੋਏ। ਸੋ ਇਹ ਜਿਹੜੇ ਜਰਮ ਹੁੰਦੇ ਨੇ ਬਿਮਾਰੀ ਫੈਲਾਉਣ ਵਾਲੇ, ਇਸ ਨੂੰ ਆਪਾਂ ਪੈਥੋਜਨ ਕਹਿੰਦੇ ਹਾਂ ਅਤੇ ਇਹ ਪੈਥੋਜਨ ਵਾਈਏਬਲ ਰਹਿੰਦੇ ਮਤਲਬ ਜਿੰਦਾ ਰਹਿੰਦੇ ਨੇ। ਤਾਂ ਦੂਸਰਾ ਵਿਅਕਤੀ, ਸਿਹਤਮੰਦ ਵਿਅਕਤੀ ਜਦੋਂ ਇਹਨਾਂ ਨੂੰ ਇਨਹੇਲ ਕਰਦਾ ਹੈ ਸਾਹ ਲੈਂਦੇ ਹੋਏ ਤਾਂ ਉਸ ਦੇ ਅੰਦਰ ਵੀ ਇਨਫੈਕਸ਼ਨ ਹੋ ਜਾਂਦੀ ਹੈ। ਅਗਲਾ ਰੂਟ ਹੈ ਇੰਜੈਸ਼ਨ। ਇੰਜੈਸ਼ਨ ਤੋਂ ਭਾਵ ਹੁੰਦਾ ਹੈ ਮੂੰਹ ਦੇ ਰਸਤੇ, ਜਿਵੇਂ ਆਪਾਂ ਭੋਜਨ ਖਾਂਦੇ ਹਾਂ ਉਸ ਤਰ੍ਹਾਂ ਕਿਸੇ ਜਰਮਸ ਦਾ ਆਪਣੇ ਅੰਦਰ ਚਲੇ ਜਾਣਾ। ਤਾਂ ਇਹਦੇ 'ਚ ਹੈ ਇੰਟੈਸਟਾਈਨਲ ਇਨਫੈਕਸ਼ਨ, ਮਤਲਬ ਆਂਤੜੀਆਂ ਦੀ ਇਨਫੈਕਸ਼ਨ। ਆਂਤੜੀ ਹੁੰਦੀ ਹੈ ਜਿਸ ਨੂੰ ਆਪਾਂ ਸਮੋਲ ਇੰਟੈਸਟਾਈਨ ਅਤੇ ਲਾਰਜ ਇੰਟੈਸਟਾਈਨ ਕਹਿੰਦੇ ਹਾਂ, ਦੋ ਆਂਤੜੀਆਂ ਆਪਣੇ 'ਚ ਹੁੰਦੀਆਂ ਨੇ। ਸੋ ਇੰਜੈਸ਼ਨ ਹੋ ਸਕਦੇ ਵਾਟਰਬੋਰਨ ਤੋਂ ਭਾਵ ਹੁੰਦਾ ਹੈ ਕਿਸੇ ਤਰ੍ਹਾਂ ਦਾ ਕੰਟੈਮੀਨੇਟਡ ਪਾਣੀ, ਯਾਨੀ ਕਿ ਦੂਸ਼ਿਤ ਪਾਣੀ ਪੀ ਲੈਣਾ, ਜਾਂ ਫਿਰ ਫੂਡ ਤੋਂ ਭਾਵ ਹੈ ਮਤਲਬ ਆਪਾਂ ਕੋਈ ਕੰਟੈਮੀਨੇਟਡ ਫੂਡ ਖਾ ਲਿਆ, ਕਿ ਦੂਸ਼ਿਤ ਖਾਣਾ ਭੋਜਨ ਇੰਜੈਸਟ ਕਰ ਲਿਆ, ਮਤਲਬ ਖਾ ਲਿਆ ਤਾਂ ਉਸ ਦੇ ਰਾਹੀਂ ਆਪਣੇ ਅੰਦਰ ਜਰਮਸ ਜਾ ਸਕਦੇ ਨੇ। ਤਾਂ ਇਹ ਜਿਹੜੀ ਬਿਮਾਰੀ ਕਰਦੇ ਨੇ ਉਸ ਨੂੰ ਕਿਹਾ ਜਾਂਦਾ ਡਿਸਐਂਟਰੀ ਤੋਂ ਭਾਵ ਹੁੰਦਾ ਡਿਫੀਕਲਟੀ ਇਨ ਇੰਟੈਸਟਾਈਨ। ਐਂਟਰੀ ਤੋਂ ਭਾਵ ਹੁੰਦਾ ਇੰਟੈਸਟਾਈਨ, ਡਿਸ ਮਤਲਬ ਡਿਫੀਕਲਟੀ,
ਸੋ ਇਹ ਬਿਮਾਰੀ ਅੰਤੜੀਆਂ ਦੀ ਹੁੰਦੀ ਹੈ। ਇਨ ਕੇਸ ਆਫ ਫਿੰਗਰ ਬੋਰਨ ਇਨਫੈਕਸ਼ਨ ਦ ਪੈਥੋਜਨ ਐਂਟਰ ਥਰੂ ਦ ਮਾਊਥ, ਨੋਜ਼ ਐਂਡ ਆਈਜ਼। ਮਤਲਬ ਕਿ ਹੁੰਦਾ ਜੇ ਆਪਣੇ ਫਿੰਗਰਸ ਜਿਹੜੀਆਂ ਹੁੰਦੀਆਂ ਨੇ, ਯਾਨੀ ਕਿ ਉਂਗਲਾਂ ਹੁੰਦੀਆਂ ਨੇ, ਅਗਰ ਉਹ ਇਨਫੈਕਟਡ ਹੋਣ, ਉਹਦੇ ਨੋਹਾਂ ਵਗੈਰਾ ਦੇ ਵਿੱਚ ਜਰਮਸ ਫਸ ਜਾਣ, ਤਾਂ ਉਸ ਨੂੰ ਆਪਾਂ ਉਂਗਲਾਂ ਨੂੰ ਮੂੰਹ ਦੇ ਵਿੱਚ ਯੂਜ਼ ਕਰਦੇ ਹਾਂ, ਜਾਂ ਕੋਈ ਛੋਟਾ ਬੱਚਾ ਨੱਕ 'ਚ ਯੂਜ਼ ਕਰ ਲੈਂਦਾ ਹੈ, ਜਾਂ ਫਿਰ ਅੱਖਾਂ ਆਪਾਂ ਮਸਲ ਲੈਂਦੇ ਹਾਂ, ਤਾਂ ਇਸ ਦੇ ਰਸਤੇ ਵੀ ਆਪਣੇ ਅੰਦਰ ਇਹ ਜਰਮਸ ਐਂਟਰ ਹੋ ਸਕਦੇ ਹਨ, ਤਾਂ ਆਪਾਂ ਉਹਨਾਂ ਨੂੰ ਫਿੰਗਰ ਬੋਰਨ ਇਨਫੈਕਸ਼ਨ ਕਹਿ ਸਕਦੇ ਹਾਂ। ਨੈਕਸਟ ਜੋ ਤਰੀਕਾ ਹੈ ਆਪਣੇ ਅੰਦਰ ਜਰਮਸ ਦੇ ਐਂਟਰ ਹੋਣ ਦਾ, ਉਹ ਹੈ ਇਨੋਕੂਲੇਸ਼ਨ। ਤਾਂ ਇਨੋਕੂਲੇਸ਼ਨ ਦੇ ਵਿੱਚ ਕੀ ਹੋਏਗਾ, ਇਨ ਸਮ ਕੇਸਸ ਪੈਥੋਜਨ ਇਨੋਕੂਲੇਟ ਡਾਇਰੈਕਟਲੀ ਇਨ ਦਾ ਹੋਸਟ ਟਿਸ਼ੂ। ਐਗਜ਼ਾਮਪਲ ਟੈਟਨਸ ਸਪੋਰ ਐਂਟਰ ਇਨ ਦਾ ਡੀਪ ਵੂੰਡਸ। ਮਤਲਬ ਅਗਰ ਕਿਸੇ ਵਿਅਕਤੀ ਦੇ ਡੂੰਘਾ ਜ਼ਖਮ ਹੋਵੇ ਬੋਡੀ ਦੇ ਉੱਪਰ, ਤਾਂ ਉਸ ਜ਼ਖਮ ਦੇ ਰਾਹੀਂ ਟੈਟਨਸ ਦੀਆਂ ਸਪੋਰਸ ਡਾਇਰੈਕਟਲੀ ਐਂਟਰ ਹੋ ਸਕਦੀਆਂ ਨੇ, ਤਾਂ ਇਸ ਵਿਧੀ ਨੂੰ ਇਨੋਕੂਲੇਸ਼ਨ ਕਿਹਾ ਜਾਂਦਾ ਹੈ। ਓਕੇ, ਸੋ ਇਹਦੇ 'ਚ ਐਗਜ਼ਾਮਪਲ ਆਉਂਦਾ ਰੇਬੀਜ਼ ਵਾਇਰਸ। ਰੇਬੀਜ਼ ਵਾਇਰਸ ਐਂਟਰ ਥਰੂ ਡੌਗ ਬਾਈਟ। ਅਗਰ ਡੌਗ ਕਿਸੇ ਵਿਅਕਤੀ ਨੂੰ ਕੱਟ ਲੈਂਦਾ ਹੈ, ਤਾਂ ਉਸ ਦੇ ਰਾਹੀਂ ਰੇਬੀਜ਼ ਵਾਇਰਸ ਜਾਂ ਅਰਬੋ ਵਾਇਰਸ ਇਹ ਹੋਸਟ ਦੇ ਅੰਦਰ ਡਾਇਰੈਕਟ ਚਲੇ ਜਾਂਦੇ ਹਨ। ਤਾਂ ਇਸ ਤਰ੍ਹਾਂ ਦੇ ਰਸਤੇ ਨੂੰ, ਜਿਸ ਦੇ ਰਾਹੀਂ ਇਹ ਮਤਲਬ ਜਰਮ ਐਂਟਰ ਹੋ ਰਿਹਾ ਬੋਡੀ ਦੇ ਅੰਦਰ, ਤਾਂ ਇਸ ਨੂੰ ਇਨੋਕੂਲੇਸ਼ਨ ਕਿਹਾ ਜਾਂਦਾ ਹੈ। ਇਨਫੈਕਸ਼ਨ ਮੇ ਆਲਸੋ ਬੀ ਇਨੋਕੂਲੇਟਡ ਇਨ ਐਨ ਇਟੈਰੋਜੈਨਿਕ ਵੇ। ਇਟੈਰੋਜੈਨਿਕ ਵੇ ਤੋਂ ਭਾਵ ਹੁੰਦਾ ਹੈ ਅਨਸਟੀਰਾਈਲ ਸਰਿੰਜਸ, ਯਾਨੀ ਕਿ ਸਕਰਮਿਤ ਜਿਹੜੀਆਂ ਸਰਿੰਜਸ ਹੁੰਦੀਆਂ, ਜਿਹਨੂੰ ਪ੍ਰੋਪਰਲੀ ਕੀਟਾਣੂਆਂ, ਵਿਸ਼ਾਣੂਆਂ ਆਦਿ ਤੋਂ ਮੁਕਤ ਨਹੀਂ ਕੀਤਾ ਹੁੰਦਾ, ਜਾਂ ਫਿਰ ਕੋਈ ਵੀ ਇਹੋ ਜਿਹਾ ਸਰਜੀਕਲ ਇਕਵਿਪਮੈਂਟ ਜਿਸ ਨੂੰ ਇਨਫੈਕਸ਼ਨ ਤੋਂ ਫਰੀ ਨਹੀਂ ਕੀਤਾ ਹੁੰਦਾ, ਅਗਰ ਉਹ ਪੇਸ਼ੈਂਟ ਦੇ ਕਿਸੇ ਹਸਪੀਟਲ ਦੁਆਰਾ ਯੂਜ਼ ਕਰ ਲਿਆ ਜਾਵੇ, ਤਾਂ ਉਸ ਦੇ ਰਾਹੀਂ ਫੈਲਣ ਵਾਲੀ ਇਨਫੈਕਸ਼ਨ ਨੂੰ ਇਟੈਰੋਜੈਨਿਕ ਇਨਫੈਕਸ਼ਨ ਕਿਹਾ ਜਾਂਦਾ ਹੈ। ਸਮ ਇਨਫੈਕਸ਼ਨਸ ਆਰ ਟਰਾਂਸਮਿਟਡ ਬਾਈ ਦਾ ਟਰਾਂਸਫਿਊਜ਼ਨ ਆਫ ਇਨਫੈਕਟਡ ਬਲੱਡ। ਮਤਲਬ ਕਿਸੇ ਵਿਅਕਤੀ ਨੂੰ ਜਦੋਂ ਬਲੱਡ ਦੀ ਜ਼ਰੂਰਤ ਹੁੰਦੀ ਹੈ, ਤਾਂ ਡੋਨਰ ਦਾ ਬਲੱਡ ਉਸ ਦੇ ਲਗਾਇਆ ਜਾਂਦਾ ਹੈ। ਸੋ ਡੋਨਰ ਦੇ ਬਲੱਡ ਦੇ ਵਿੱਚ ਆਲਰੇਡੀ ਇਨਫੈਕਸ਼ਨ ਹੋ ਸਕਦੀ ਹੈ। ਸੋ ਇਸ ਰਸਤੇ ਰਾਹੀਂ ਵੀ, ਮਤਲਬ ਬਲੱਡ ਦੇ ਰਾਹੀਂ ਵੀ ਇੱਕ ਸਿਹਤਮੰਦ ਵਿਅਕਤੀ ਦੇ ਵਿੱਚ ਇਨਫੈਕਸ਼ਨ ਫੈਲ ਸਕਦੀ ਹੈ, ਮਤਲਬ ਜਰਮਸ ਐਂਟਰ ਕਰ ਸਕਦੇ ਹਨ। ਐਗਜ਼ਾਮਪਲ ਹੈ ਹੈਪਾਟਾਈਟਸ ਬੀ ਅਤੇ HIV। HIV ਨੂੰ ਕਹਿੰਦਾ ਹੈ ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਸੋ ਇਸ ਤੋਂ ਅੱਗੇ ਆਪਣਾ ਆਉਂਦਾ ਹੈ, ਤੁਸੀਂ ਇਹ ਸਾਈਕਲ ਦੇਖ ਰਹੇ ਹੋ, ਤਾਂ ਇੱਥੇ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਿਹੜੇ ਜਰਮਸ ਹੁੰਦੇ ਨੇ ਉਹ ਬੋਡੀ ਦੇ ਅੰਦਰ ਐਂਟਰ ਕਰਦੇ ਨੇ, ਕਿਸ ਤਰ੍ਹਾਂ ਦੇ ਜਰਮਸ ਹੁੰਦੇ ਨੇ, ਠੀਕ ਹੈ, ਰੂਟ ਆਫ ਐਂਟਰੀ ਕੀ ਹੁੰਦਾ ਹੈ, ਇਸ ਤੋਂ ਇਲਾਵਾ ਕਿਹੜੇ ਕਿਹੜੇ ਵਿਅਕਤੀਆਂ ਦੇ ਵਿੱਚ ਜਰਮਸ ਦੀ ਜਾਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਅਤੇ ਜਰਮਸ ਬਾਹਰ ਕਿਵੇਂ, ਕਿਸ ਰਸਤੇ ਤੋਂ ਨਿਕਲਦੇ ਨੇ। ਸੋ ਡਿਟੇਲ 'ਚ ਵੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹੈ ਮੋਡ ਆਫ ਟਰਾਂਸਮਿਸ਼ਨ, ਕਿ ਵਿਅਕਤੀ ਅੰਦਰ ਜਾਂਦੇ ਕਿਵੇਂ ਨੇ। ਤਾਂ ਪਹਿਲਾ ਹੈਗਾ ਏਅਰ ਬੋਰਨ, ਯਾਨੀ ਕਿ ਹਵਾ ਦੇ ਰਸਤੇ। ਦੂਸਰਾ ਹੈ ਕੰਟੈਕਟ, ਯਾਨੀ ਕਿ ਸੰਪਰਕ ਕਰਨ ਨਾਲ। ਤੀਸਰਾ ਹੈ ਕਿਸੇ ਵੈਕਟਰ ਦੇ ਰਾਹੀਂ। ਵੈਕਟਰ ਤੋਂ ਭਾਵ ਹੁੰਦਾ ਜਿਵੇਂ ਪਲਾਜ਼ਮੋਡੀਅਮ ਆਪਾਂ ਨੂੰ ਮਲੇਰੀਆ ਕਰਦਾ ਹੈ, ਪਰ ਉਸ ਨੂੰ ਫੈਲਾਉਂਦਾ ਕੌਣ ਹੈ, ਉਸ ਨੂੰ ਫੈਲਾਉਂਦਾ ਹੈ ਇੱਕ ਫੀਮੇਲ ਮੋਸਕੀਟੋ। ਇਸੇ ਤਰ੍ਹਾਂ ਡੇਂਗੂ ਇੱਕ ਵਾਇਰਲ ਡਿਜ਼ੀਜ਼ ਹੈ, ਬਟ ਉਸ ਨੂੰ ਫੈਲਾਉਣ ਦਾ ਕੰਮ ਕਰਦਾ ਹੈ ਇੱਕ ਵੈਕਟਰ, ਜੋ ਹੁੰਦਾ ਏਡੀਜ਼ ਅਜਿਪਟੀ ਨਾਮ ਦਾ ਮੱਛਰ। ਤਾਂ ਜਿਹੜਾ ਕਿਸੇ ਰਾਹੀਂ ਫੈਲ ਰਿਹਾ ਹੈ, ਜਿਵੇਂ ਮੱਛਰ ਰਾਹੀਂ ਫੈਲ ਰਹੀ ਹੈ ਬਿਮਾਰੀ, ਤਾਂ ਮੱਛਰ ਇੱਥੇ ਵੈਕਟਰ ਦਾ ਕੰਮ ਕਰਦਾ ਹੈ। ਇਸ ਤੋਂ ਉਪਰੰਤ ਆਪਣਾ ਆਉਂਦਾ ਹੈ ਪੋਰਟਲ ਆਫ ਐਂਟਰੀ, ਕਿ ਕਿਸ ਰਸਤੇ ਰਾਹੀਂ ਬਲੱਡ ਦੇ ਅੰਦਰ ਬੋਡੀ ਦੇ ਅੰਦਰ ਐਂਟਰ ਹੁੰਦੇ ਨੇ ਜਰਮ। ਤਾਂ ਪਹਿਲਾ ਹੈ ਬਲੱਡ ਦੇ ਰਾਹੀਂ। ਦੂਸਰਾ ਹੈ ਇੰਟੈਸਟਾਈਨਲ ਟਰੈਕਟ, ਯਾਨੀ ਕਿ ਭੋਜਨ ਪ੍ਰਣਾਲੀ ਦੇ ਰਾਹੀਂ। ਫਿਰ ਹੈ ਮਿਊਕਸ ਮੈਂਬਰੇਨ, ਮਤਲਬ ਕਿਸੇ ਵੀ ਸੈੱਲ ਦੀ ਮੈਂਬਰੇਨ ਦੇ ਰਾਹੀਂ। ਫਿਰ ਹੈ ਨॉन ਇੰਟੈਕਟ ਸਕਿਨ, ਮਤਲਬ ਜੋ ਸਕਿਨ ਕਿਸ ਜਗ੍ਹਾ ਤੋਂ ਕੱਟੀ ਹੁੰਦੀ ਹੈ, ਕੋਈ ਸੱਟ ਵੱਜੀ ਹੁੰਦੀ ਹੈ, ਯਾਨੀ ਕਿ ਆਪਾਂ ਜ਼ਖਮ ਦੇ ਰਸਤੇ ਕਹਿ ਸਕਦੇ ਹਾਂ, ਤਾਂ ਉਸ ਦੇ ਰਸਤੇ ਵੀ ਜਰਮ ਆਪਣੇ ਅੰਦਰ ਐਂਟਰ ਕਰ ਸਕਦੇ ਹਨ। ਅਤੇ ਲਾਸਟ ਆਉਂਦਾ ਹੈ ਰੈਸਪੀਰੇਟਰੀ ਟਰੈਕਟ, ਯਾਨੀ ਕਿ ਸਾਹ ਪ੍ਰਣਾਲੀ ਦੇ ਰਾਹੀਂ ਵੀ ਜਰਮ ਐਂਟਰ ਕਰ ਸਕਦੇ ਹਨ। ਨੈਕਸਟ ਆਉਂਦਾ ਸਸੈਪਟੀਬਲ ਹੋਸਟ। ਸਸੈਪਟੀਬਲ ਤੋਂ ਭਾਵ ਹੁੰਦਾ ਹੈ ਉਹ ਵਿਅਕਤੀ ਜਿਸ ਨੂੰ ਇਨਫੈਕਸ਼ਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਠੀਕ ਹੈ। ਤਾਂ ਉਹ ਡਿਪੈਂਡ ਕਰਦਾ ਹੈ ਨੰਬਰ 1 ਏਜ ਦੇ ਉੱਪਰ, ਠੀਕ ਹੈ, ਜਾਣੀ ਕਿ ਛੋਟੀ ਜਿਹੜੀ ਅਰਲੀ ਏਜ ਹੁੰਦੀ ਹੈ, ਬੱਚਾ ਹੁੰਦਾ, ਉਹਨੂੰ ਇਨਫੈਕਸ਼ਨ ਦੇ ਚਾਂਸ ਜ਼ਿਆਦਾ ਰਹਿੰਦੇ ਨੇ, ਕਿਉਂਕਿ ਉਹਦੀ ਇਮਿਊਨਿਟੀ ਹਜੇ ਪ੍ਰੋਪਰਲੀ ਡਿਵੈਲਪ ਨਹੀਂ ਹੋਈ ਹੁੰਦੀ। ਇਸੇ ਤਰ੍ਹਾਂ ਜਦੋਂ ਵੱਡੀ ਏਜ ਹੁੰਦੀ ਹੈ, ਬਜ਼ੁਰਗ ਅਵਸਥਾ, ਉਦੋਂ ਵੀ ਇਨਫੈਕਸ਼ਨ ਦੇ ਚਾਂਸਸ ਜ਼ਿਆਦਾ ਹੁੰਦੇ ਹਨ। ਫਿਰ ਹੈ ਹੈਲਥ ਸਟੇਟਸ, ਕਿ ਵਿਅਕਤੀ ਦਾ ਹੈਲਥ ਸਟੇਟਸ ਕੀ ਹੈ। ਅਗਰ ਉਸ ਦੀ ਹੈਲਥ ਅੱਛੀ ਨਹੀਂ ਹੈ, ਤਾਂ ਉਹਨੂੰ ਇਨਫੈਕਸ਼ਨ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਫਿਰ ਹੈ ਕ੍ਰਿਓਨਿਕ ਇਲਨੈਸ, ਅਗਰ ਕਿਸੇ ਵਿਅਕਤੀ ਨੂੰ ਪਹਿਲਾਂ ਤੋਂ ਹੀ ਕੋਈ ਪੁਰਾਣੀ ਬਿਮਾਰੀ ਚੱਲੀ ਆ ਰਹੀ ਹੈ, ਤਾਂ ਉਹ ਜ਼ਿਆਦਾ ਸਸੈਪਟੀਬਲ ਹੁੰਦਾ, ਉਸ ਨੂੰ ਇਨਫੈਕਸ਼ਨ ਬਾਰ-ਬਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਇਮਿਊਨਿਟੀ ਅਗਰ ਕਿਸੇ ਦੀ ਕੰਪਰੋਮਾਈਜ਼ਡ ਹੋਵੇ, ਮਤਲਬ ਇਮਿਊਨਿਟੀ ਘੱਟ ਹੋਵੇ, ਇਮਿਊਨਿਟੀ ਹੁੰਦਾ ਬਿਮਾਰੀ ਦੇ ਨਾਲ ਲੜਨ ਦੀ, ਸਰੀਰ ਦੇ ਵਿੱਚ ਪ੍ਰਤੀਰੋਧਕ ਸ਼ਕਤੀ, ਤਾਂ ਉਸ ਦੇ ਘੱਟ ਹੋਣ ਨਾਲ ਵੀ
ਸਸੈਪਟੇਬਿਲਿਟੀ ਵੱਧ ਜਾਂਦੀ ਹੈ, ਮਤਲਬ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਫਿਰ ਹੈ ਨਿਊਟ੍ਰੀਸ਼ਨ, ਅਗਰ ਕਿਸੇ ਅੰਦਰ ਕੋਈ ਨਿਊਟ੍ਰੀਸ਼ਨ ਦੀ ਕਮੀ ਹੈ, ਪ੍ਰੋਪਰ ਡਾਈਟ ਨਹੀਂ ਲੈ ਰਿਹਾ ਵਿਅਕਤੀ, ਤਾਂ ਉਸ ਨੂੰ ਵੀ ਇਨਫੈਕਸ਼ਨ ਦੇ ਚਾਂਸਸ ਜ਼ਿਆਦਾ ਹੁੰਦੇ ਹਨ। ਇਸੇ ਤਰ੍ਹਾਂ ਜੋ ਵਿਅਕਤੀ ਕੋਈ ਥੈਰੇਪੀ ਲੈ ਰਿਹਾ ਹੋਵੇ, ਜਿਸ ਤਰ੍ਹਾਂ ਕਿ ਕੀਮੋਥੈਰੇਪੀ, ਕੋਈ ਕੈਂਸਰ ਵਾਸਤੇ ਲਿੱਤੀ ਜਾਂਦੀ ਹੈ ਇਹ ਮੈਡੀਸਿਨਸ, ਉਸਨੂੰ ਕੀਮੋਥੈਰੇਪੀ ਕਿਹਾ ਜਾਂਦਾ ਹੈ, ਜਾਂ ਕੋਈ ਦੀ ਰੇਡੀਏਸ਼ਨ ਥੈਰੇਪੀ ਚੱਲਦੀ ਹੋਵੇ, ਕੈਂਸਰ ਦੀ ਬਿਮਾਰੀ ਵਿੱਚ ਰੇਡੀਏਸ਼ਨ ਦਾ ਵੀ ਯੂਜ਼ ਹੁੰਦਾ ਹੈ, ਜਾਂ ਫਿਰ ਕਿਸੇ ਤਰ੍ਹਾਂ ਦੀ ਸਰਜਰੀ ਹੋਈ ਹੋਵੇ, ਤਾਂ ਉਹਨਾਂ ਵਿਅਕਤੀਆਂ ਨੂੰ ਵੀ ਸੰਕਰਮਣ ਹੋਣ ਦੀ, ਜਾਣੀ ਕਿ ਇਨਫੈਕਸ਼ਨ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਨੈਕਸਟ ਆਪਣਾ ਆਉਂਦਾ ਹੈ ਕੌਜ਼ੇਟਿਵ ਏਜੰਟ। ਕੌਜ਼ੇਟਿਵ ਏਜੰਟ ਤੋਂ ਭਾਵ ਹੁੰਦਾ ਹੈ ਕਿ ਕਿਹੜਾ ਸੂਖਮ ਜੀਵ ਆਪਾਂ ਨੂੰ ਬਿਮਾਰੀ ਕਰ ਸਕਦਾ ਹੈ। ਤਾਂ ਉਹਦੇ 'ਚ ਐਗਜ਼ਾਮਪਲ ਹੈ ਬੈਕਟੀਰੀਆ, ਫੰਗਸ ਨੂੰ ਆਪਾਂ ਉੱਲੀ ਜਾਂ ਕਾਈ ਕਹਿੰਦੇ ਹਾਂ, ਠੀਕ ਹੈ। ਇੱਕ ਹੁੰਦਾ ਪੈਰਾਸਾਈਟ, ਕੋਈ ਵੀ ਪੈਰਾਸਾਈਟ ਆਪਣੇ ਉੱਪਰ ਜੋ ਆਪਾਂ ਨੂੰ ਹਾਰਮ ਪਹੁੰਚਾਵੇ, ਤਾਂ ਆਪਣੀ ਬੋਡੀ ਦੇ ਉੱਪਰ ਵੀ ਪੈਰਾਸਾਈਟ ਹੋ ਸਕਦਾ ਹੈ, ਬੋਡੀ ਦੇ ਅੰਦਰ ਵੀ ਪੈਰਾਸਾਈਟ ਹੋ ਸਕਦਾ ਹੈ। ਪੈਰਾਸਾਈਟ ਅਗਰ ਉੱਪਰ ਹੋਵੇ ਤਾਂ ਉਸਨੂੰ ਆਪਾਂ ਐਕਟੋ ਪੈਰਾਸਾਈਟ ਕਹਿੰਦੇ ਹਾਂ, ਬੋਡੀ ਦੇ ਅੰਦਰ ਹੋਵੇ ਤਾਂ ਉਸਨੂੰ ਐਂਡੋ ਪੈਰਾਸਾਈਟ ਕਹਿੰਦੇ ਹਾਂ। ਇਸੇ ਤਰ੍ਹਾਂ ਲਾਸਟ ਆਉਂਦਾ ਹੈ ਵਾਇਰਸ। ਤਾਂ ਇਹ ਸਾਰੇ ਕੌਜ਼ੇਟਿਵ ਏਜੰਟ ਨੇ ਜਿਸ ਤੋਂ ਆਪਾਂ ਨੂੰ ਡਿਜ਼ੀਜ਼ਸ ਹੋ ਸਕਦੀਆਂ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਰੈਜ਼ਰਵੁਆਰ ਤੋਂ ਭਾਵ ਹੁੰਦਾ ਹੈ ਉਹ ਸਰੋਤ ਜੋ ਦੂਜਿਆਂ ਨੂੰ ਬਿਮਾਰੀ ਫੈਲਾਉਣ ਦਾ ਕਾਰਨ ਬਣ ਸਕਦਾ ਹੈ। ਸੋ ਕਿਸੇ ਵੀ ਵਿਅਕਤੀ ਵਿੱਚ ਬਿਮਾਰੀ ਕਿਸੇ ਦੂਸਰੇ ਵਿਅਕਤੀ ਤੋਂ ਫੈਲ ਸਕਦੀ ਹੈ, ਯਾਨੀ ਕਿ ਹਿਊਮਨ ਬੀਇੰਗ ਤੋਂ, ਜਾਂ ਫਿਰ ਕਿਸੇ ਜਾਨਵਰ ਤੋਂ, ਯਾਨੀ ਕਿ ਐਨੀਮਲ ਤੋਂ, ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਓਬਜੈਕਟ ਤੋਂ। ਓਬਜੈਕਟ ਮਤਲਬ ਵਸਤੂ ਜਿਸ ਨੂੰ ਕਿਸੇ ਪੀੜਤ ਵਿਅਕਤੀ ਨੇ ਟੱਚ ਕੀਤਾ ਹੁੰਦਾ ਹੈ, ਤਾਂ ਉਸ ਦੇ ਰਾਹੀਂ ਵੀ ਬਿਮਾਰੀ ਫੈਲ ਸਕਦੀ ਹੈ। ਸੋ ਇਹ ਸਾਰੇ ਹੀ ਰੈਜ਼ਰਵੁਆਰ ਦਾ ਕੰਮ ਕਰ ਸਕਦੇ ਹਨ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਪੋਰਟਲ ਆਫ ਐਗਜ਼ਿਟ, ਕਿ ਬਿਮਾਰੀ ਕਰਨ ਵਾਲਾ ਸੂਖਮ ਜੀਵ ਫਿਰ ਬੋਡੀ ਤੋਂ ਵਾਪਸ ਕਿਸ ਰਸਤੇ ਨਿਕਲੇਗਾ। ਤਾਂ ਨਿਕਲਣ ਦਾ ਰਸਤਾ ਵੀ ਇੱਕ ਤਾਂ ਹੈ ਬਲੱਡ, ਠੀਕ ਹੈ, ਦੂਸਰਾ ਇੰਟੈਸਟਾਈਨਲ ਟਰੈਕਟ, ਤੀਸਰਾ ਰੈਸਪੀਰੇਟਰੀ, ਮਤਲਬ ਜਿਸ ਰਸਤੇ ਤੋਂ ਐਂਟਰ ਹੋਇਆ ਸੀ ਜਰਮ ਉਸ ਰਸਤੇ ਤੋਂ ਹੀ ਬਾਹਰ ਆਉਣ ਦੇ ਜਿਹੜੇ ਹੈਗੇ ਨੇ ਰਸਤੇ ਹੁੰਦੇ ਹਨ, ਠੀਕ ਹੈ ਜੀ। ਤਾਂ ਇਹ ਬਹੁਤ ਧਿਆਨ ਰੱਖਣਾ ਹੈ। ਇਹ ਡਿਜ਼ੀਜ਼ ਸਾਈਕਲ ਤੁਹਾਨੂੰ ਮੈਂ ਪ੍ਰੋਪਰ ਸਮਝਾਇਆ ਕਿਸ ਤਰ੍ਹਾਂ ਆਪਣੇ ਅੰਦਰ ਜਰਮਸ ਐਂਟਰ ਕਰਦੇ ਹਨ, ਕਿਸ ਦੇ ਅੰਦਰ ਐਂਟਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਉਸ ਤੋਂ ਬਾਅਦ ਤੁਹਾਨੂੰ ਮੈਂ ਪੜ੍ਹਾਇਆ ਵੈਕਟਰ ਦੇ ਬਾਰੇ, ਫਿਰ ਤੁਹਾਨੂੰ ਦੱਸਿਆ ਕਿ ਰੈਜ਼ਰਵੁਆਰ ਕਿਹੜਾ ਹੋ ਸਕਦਾ ਹੈ, ਫਿਰ ਦੱਸਿਆ ਕਿ ਬਲੱਡ ਦੇ ਵਿੱਚੋਂ, ਬੋਡੀ ਦੇ ਵਿੱਚੋਂ ਜਰਮਸ ਵਾਪਸ ਕਿਸ ਰਸਤੇ ਨਿਕਲ ਸਕਦੇ ਨੇ। ਸੋ ਇਸ ਤੋਂ ਉਪਰੰਤ ਆਪਾਂ ਗੱਲ ਕਰੀਏ ਨੰਬਰ 5 ਜੋ ਮੈਥਡ ਹੈ ਜਿਸ ਦੇ ਰਾਹੀਂ ਆਪਣੇ ਅੰਦਰ ਕੋਈ ਜਰਮ ਜਾਂਦਾ ਉਹ ਹੈ ਇਨਸੈਕਟਸ। ਤਾਂ ਇਨਸੈਕਟ ਕੀ ਕਰਦੇ ਨੇ? ਇਨਸੈਕਟ ਮੇ ਐਕਟ ਐਜ਼ ਅ ਮਕੈਨੀਕਲ ਵੈਕਟਰ ਫॉर ਦਾ ਟਰਾਂਸਮਿਸ਼ਨ ਆਫ ਡਿਜ਼ੀਜ਼। ਜਦੋਂ ਇਨਸੈਕਟ ਆਪਾਂ ਨੂੰ ਕੱਟਦੇ ਨੇ, ਸਟਿੰਗ ਕਰਦੇ ਨੇ, ਤਾਂ ਉਹਦੇ ਨਾਲ ਵੀ ਆਪਣੇ ਅੰਦਰ ਜਰਮ ਚਲੇ ਜਾਂਦੇ ਨੇ। ਇਸ ਦੀ ਬੈਸਟ ਐਗਜ਼ਾਮਪਲ ਹੈ ਮੋਸਕੀਟੋ। ਜਦੋਂ ਆਪਾਂ ਨੂੰ ਬਾਈਟ ਕਰਦਾ ਹੈ ਤਾਂ ਉਹ ਆਪਣੇ ਅੰਦਰ ਪਲਾਜ਼ਮੋਡੀਅਮ ਨਾਮ ਦੇ ਪ੍ਰੋਟੋਜੋਆ ਨੂੰ ਛੱਡ ਦਿੰਦਾ ਹੈ। ਉਸ ਦੀ ਫਾਰਮ ਹੁੰਦੀ ਹੈ ਇੱਕ ਸਪੋਰੋਜੋਆਇਟ, ਜਿਸ ਨਾਲ ਆਪਾਂ ਨੂੰ ਮਲੇਰੀਆ ਦੀ ਬਿਮਾਰੀ ਹੋ ਜਾਂਦੀ ਹੈ। ਇਸ ਤਰ੍ਹਾਂ ਲਾਸਟ ਜੋ ਰੂਟ ਹੈ ਉਹ ਹੈ ਪਲੇਸੈਂਟਲ ਔਰ ਵਰਟੀਕਲ ਟਰਾਂਸਮਿਸ਼ਨ। ਸਮ ਪੈਥੋਜਨ ਆਰ ਏਬਲ ਟੂ ਕ੍ਰੋਸ ਪਲੇਸੈਂਟਲ ਬੈਰੀਅਰ। ਪਲੇਸੈਂਟਾ ਹੁੰਦਾ ਹੈ ਮਾਂ ਅਤੇ ਬੱਚੇ ਦੇ ਵਿਚਾਲੇ ਇੱਕ ਟਿਊਬਲ ਕਨੈਕਸ਼ਨ ਹੁੰਦਾ ਹੈ, ਠੀਕ ਹੈ। ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਹੈ ਤਾਂ ਉਸ ਦੇ ਯੂਟਰਸ ਦੇ ਵਿੱਚ ਜੋ ਬੱਚਾ ਹੁੰਦਾ ਜਿਹਨੂੰ ਫੀਟਸ ਕਹਿੰਦੇ ਹਾਂ, ਤਾਂ ਫੀਟਸ ਅਤੇ ਮਦਰ ਦਾ ਜੋ ਕਨੈਕਸ਼ਨ ਹੁੰਦਾ ਹੈ ਉਸ ਨੂੰ ਪਲੇਸੈਂਟਾ ਕਿਹਾ ਜਾਂਦਾ। ਪਲੇਸੈਂਟਾ ਦੇ ਰਾਹੀਂ ਬੱਚੇ ਨੂੰ ਭੋਜਨ ਮਿਲਦਾ ਹੈ, ਖੁਰਾਕ ਮਿਲਦੀ ਹੈ ਮਾਂ ਤੋਂ, ਬਟ ਉਸੇ ਰਸਤੇ ਰਾਹੀਂ ਇਨਫੈਕਸ਼ਨ ਵੀ ਮਾਂ ਤੋਂ ਬੱਚੇ ਨੂੰ ਹੋ ਸਕਦੀ ਹੈ। ਸੋ ਮਾਂ ਤੋਂ ਬੱਚੇ ਨੂੰ ਇਨਫੈਕਸ਼ਨ ਹੋਣ ਨੂੰ ਆਪਾਂ ਵਰਟੀਕਲ ਟਰਾਂਸਮਿਸ਼ਨ ਜਾਂ ਕੰਜਨਾਈਟਲ ਇਨਫੈਕਸ਼ਨ ਕਹਿੰਦੇ ਹਾਂ। ਕੰਜਨਾਈਟਲ ਤੋਂ ਭਾਵ ਹੁੰਦਾ ਹੈ ਬਾਏ ਬਰਥ। ਦਿਸ ਮੇ ਲੀਡ ਇਨ ਦਾ ਸਟਿਲ ਬਰਥ। ਸਟਿਲ ਬਰਥ ਤੋਂ ਭਾਵ ਹੁੰਦਾ ਇਸ ਇਨਫੈਕਸ਼ਨ ਨਾਲ ਬੱਚਾ ਅੰਦਰ ਹੀ ਡੈੱਡ ਹੋ ਸਕਦਾ ਹੈ। ਤਾਂ ਮਰਿਆ ਹੋਇਆ ਬੱਚਾ ਪੈਦਾ ਹੋਣ ਨੂੰ ਆਪਾਂ ਸਟਿਲ ਬਰਥ ਕਹਿੰਦੇ ਹਾਂ। ਬੱਚਾ ਅਬੋਰਟ ਹੋ ਸਕਦਾ ਹੈ, ਲੇਡੀ ਦਾ ਮਿਸਕੈਰੇਜ ਹੋ ਸਕਦਾ ਹੈ, ਠੀਕ ਹੈ। ਐਗਜ਼ਾਮਪਲ ਹੈ ਇਸ ਦੀ ਸਿਫਿਲਿਸ। ਸਿਫਿਲਿਸ ਦੇ ਦੌਰਾਨ ਇਹ ਚੀਜ਼ਾਂ ਬਹੁਤ ਪੋਸੀਬਲ ਹਨ ਕਿ ਜਦੋਂ ਕਿਸੇ ਲੇਡੀ ਨੂੰ ਸਿਫਿਲਿਸ ਬਿਮਾਰੀ ਹੋਵੇ ਅਤੇ ਉਸਨੂੰ ਪ੍ਰੈਗਨੈਂਸੀ ਵੀ ਹੋਵੇ ਤਾਂ ਉਸਦੇ ਬੱਚੇ ਦੇ ਬਚਣ ਦੇ ਚਾਂਸ ਘੱਟ ਹੁੰਦੇ ਹਨ। ਇਸ ਤੋਂ ਇਲਾਵਾ ਪ੍ਰੈਗਨੈਂਸੀ ਦੌਰਾਨ ਅਗਰ ਇਨਫੈਕਸ਼ਨ ਹੁੰਦੀ ਹੈ ਲੇਡੀ ਨੂੰ, ਤਾਂ ਔਰਗੈਨੋਜੈਨੇਸਿਸ ਆਫ ਦਾ ਫੀਟਸ ਦੇ ਉੱਪਰ ਪ੍ਰੋਬਲਮ ਆ ਸਕਦੀ ਹੈ। ਮਤਲਬ ਬੱਚੇ ਦੇ ਅੰਗ ਪੈਰ ਸਹੀ ਨਹੀਂ ਬਣਦੇ, ਜਿਸ ਨੂੰ ਕਿਹਾ ਜਾਂਦਾ ਹੈ ਕੰਜਨਾਈਟਲ ਮਾਲ ਫਾਰਮੇਸ਼ਨ। ਕੰਜਨਾਈਟਲ ਮਤਲਬ ਬਾਏ ਬਰਥ, ਮਾਲ ਫਾਰਮੇਸ਼ਨ ਮਤਲਬ ਬੱਚੇ ਦੇ ਅੰਗਾਂ ਪੈਰਾਂ ਦਾ ਸਹੀ ਨਾ ਬਣਨਾ। ਸੋ ਜੋ ਇਨਫੈਕਸ਼ਨ ਲੇਡੀ ਨੂੰ ਹੋਣ ਦੇ ਬਾਵਜੂਦ ਬੱਚੇ ਦੇ ਅੰਗਾਂ ਪੈਰਾਂ ਨੂੰ ਪ੍ਰਭਾਵਿਤ ਕਰਨ, ਪ੍ਰੋਪਰ ਉਹਨੂੰ ਬਣਨ ਤੋਂ ਰੋਕਣ, ਤਾਂ ਇਸ ਤਰ੍ਹਾਂ ਦੀਆਂ ਇਨਫੈਕਸ਼ਨਸ ਨੂੰ ਟੇਰੈਟੋਜੈਨਿਕ ਇਨਫੈਕਸ਼ਨ ਕਿਹਾ ਜਾਂਦਾ ਹੈ। ਐਗਜ਼ਾਮਪਲ ਹੈ ਰੂਬੇਲਾ ਵਾਇਰਸ ਇਨਫੈਕਸ਼ਨ, ਸਪੈਸ਼ਲੀ ਇਨ ਦਾ ਫਸਟ ਟਰਾਈਮੈਸਟਰ ਆਫ ਪ੍ਰੈਗਨੈਂਸੀ। ਪ੍ਰੈਗਨੈਂਸੀ ਦੇ ਜਾਣੀ ਕਿ ਗਰਭ ਕਾਲ ਦੇ ਪਹਿਲੇ ਟਰਾਈਮੈਸਟਰ, ਪਹਿਲੇ 3 ਮਹੀਨੇ ਦੇ ਸਮੇਂ ਦੌਰਾਨ ਅਗਰ ਰੂਬੇਲਾ ਵਾਇਰਸ ਦੀ ਇਨਫੈਕਸ਼ਨ ਲੇਡੀ ਨੂੰ ਹੋ ਜਾਂਦੀ ਹੈ ਤਾਂ ਬੱਚੇ ਦੇ ਅੰਗ ਪੈਰ ਸਹੀ ਨਹੀਂ ਬਣਦੇ। ਸੋ ਇਹ ਸੀਗਾ ਵੀਡੀਓ ਰਿਗਾਰਡਿੰਗ ਦਾ ਪੋਰਟਲ ਆਫ ਐਂਟਰੀ ਆਫ ਦਾ ਜਰਮਸ ਇਨਟੂ ਦਾ ਬੋਡੀ। ਮਤਲਬ ਜਿਸ ਰਸਤੇ ਰਾਹੀਂ ਬੋਡੀ ਦੇ ਅੰਦਰ ਸੂਖਮ ਜੀਵ ਜੋ ਬਿਮਾਰੀ ਕਰਦੇ ਨੇ ਉਹ ਦਾਖਲ ਹੋ ਸਕਦੇ ਨੇ, ਕਿਸ ਰਸਤੇ ਰਾਹੀਂ ਵਾਪਸ ਨਿਕਲ ਸਕਦੇ ਨੇ। ਸੋ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਵੇਗਾ ਅਤੇ ਇਹਦੇ 'ਚ ਆਉਣ ਵਾਲੇ ਕੁਐਸਚਨ ਤੁਸੀਂ ਸਹੀ ਢੰਗ ਨਾਲ ਸੋਲਵ ਕਰ ਸਕੋਗੇ। ਸੋ ਥੈਂਕ ਯੂ, ਥੈਂਕਸ ਫॉर ਵਾਚਿੰਗ।